ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਤੇ ਰਹਿਰਾਸ ਸਾਹਿਬ ਸਾਡੇ ਨਿਤਨੇਮ ਦੀਆਂ ਪ੍ਰਮੁੱਖ ਬਾਣੀਆਂ ਨੇ। ਜਪਜੀ ਸਾਹਿਬ ਦਾ ਪਾਠ ਜਿੱਥੇ ਅੰਮ੍ਰਿਤ ਵੇਲੇ ਕੀਤਾ ਜਾਂਦਾ ਹੈ, ਉੱਥੇ ਰਹਿਰਾਸ ਸਾਹਿਬ ਦੇ ਪਾਠ ਨੂੰ ਸੰਧਿਆ ਵੇਲੇ ਕਰਨ ਦੀ ਹਿਦਾਇਤ ਹੈ। ਇਹਨਾਂ ਦੋਹਾਂ ਬਾਣੀਆਂ ਵਿੱਚ ਇੱਕ ਬਾਣੀ ਸੋਦਰ ਦੀ ਸਾਂਝੀ ਹੈ। ਜਪਜੀ ਸਾਹਿਬ ਵਿੱਚ ਇਹ ਬਾਣੀ 27ਵੀਂ ਪੌੜੀ ਤੇ ਸੁਭਾਈਮਾਨ ਹੈ। ਜੇ ਵਿਸ਼ਰਾਮ ਦੀ ਨਜ਼ਰ ਨਾਲ ਦੇਖਿਆ ਜਾਏ ਤਾਂ ਇਸ ਬਾਣੀ ਦੀਆਂ ਕੁੱਲ 22 ਪੰਗਤੀਆਂ ਬਣਦੀਆਂ ਨੇ। ਪਰ ਜਦੋਂ ਇਹੀ ਬਾਣੀ ਰਹਿਰਾਸ ਸਾਹਿਬ ਵਿੱਚ ਆਉਂਦੀ ਹੈ ਤਾਂ ਅਸੀਂ ਦੇਖਦੇ ਹਾਂ ਕਿ ਜਪਜੀ ਸਾਹਿਬ ਤੇ ਰਹਿਰਾਸ ਵਿੱਚ ਦੋਹਾਂ ਥਾਵਾਂ ਤੇ ਸੋਦਰ ਦੀ ਬਾਣੀ ਵਿੱਚ ਕੁਝ ਫਰਕ ਦੇਖਣ ਨੂੰ ਮਿਲਦੇ ਹਨ। ਅਸੀਂ ਅੱਜ ਕਿੱਥੇ ਕਿੱਥੇ ਇਹ ਫਰਕ ਆਉਂਦੇ ਹਨ, ਇਹਨਾਂ ਨੂੰ ਵੇਖਣ ਦਾ ਨਿਮਾਣਾ ਜਿਹਾ ਯਤਨ ਕਰ ਰਹੇ ਹਾਂ। ਪੰਗਤੀ ਦਰ ਪੰਗਤੀ ਮੈਂ ਇਹ ਫਰਕ ਆਪ ਜੀ ਦੀ ਨਜ਼ਰ ਕਰਾਂਗਾ। ਪਹਿਲਾਂ ਜਪਜੀ ਸਾਹਿਬ ਜੀ ਦੀ ਪੰਗਤੀ ਦਾ ਉਚਾਰਨ ਕਰਾਂਗੇ ਆਪਾਂ, ਫਿਰ ਉਸ ਤੋਂ ਬਾਅਦ ਰਹਿਰਾਸ ਸਾਹਿਬ। ਪਹਿਲੀ ਪੰਗਤੀ ਹੈ ਜੀ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਇਹ ਪੰਗਤੀ ਜਦੋਂ ਰਹਿਰਾਸ ਸਾਹਿਬ ਵਿੱਚ ਆਉਂਦੀ ਹੈ ਤਾਂ ਹੋ ਜਾਂਦਾ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਇਹ ਪਹਿਲਾ ਫਰਕ ਹੈ ਜਿਹੜਾ ਦੋਹਾਂ ਬਾਣੀਆਂ ਦੇ ਵਿੱਚ ਸਾਨੂੰ ਨਜ਼ਰ ਆ ਰਿਹਾ ਹੈ। ਜਪਜੀ ਸਾਹਿਬ ਦੀ ਪਹਿਲੀ ਪੰਗਤੀ ਹੈ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਪਰ ਜਦੋਂ ਇਹੀ ਪੰਗਤੀ ਰਹਿਰਾਸ ਸਾਹਿਬ ਵਿੱਚ ਆਉਂਦੀ ਹੈ ਤਾਂ ਤੇਰਾ ਸ਼ਬਦ ਵਿੱਚ ਸ਼ਾਮਿਲ ਹੋ ਜਾਂਦਾ ਹੈ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਦੂਜੀ ਪੰਗਤੀ ਹੈ ਜੀ, ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ। ਪਰ ਜਦੋਂ ਇਹੀ ਪੰਗਤੀ ਰਹਿਰਾਸ ਸਾਹਿਬ ਵਿੱਚ ਆਏਗੀ ਤਾਂ ਹੋ ਜਾਏਗਾ, ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ। ਦੋ ਵਾਰ ਤੇਰੇ ਸ਼ਬਦ ਵਿੱਚ ਸ਼ਾਮਿਲ ਹੋਏਗਾ, ਜੁੜ ਜਾਏਗਾ। ਦੇਖੋ ਜਪਜੀ ਸਾਹਿਬ ਦੀ ਪੰਗਤੀ, ਵਾਜੇ ਨਾਦ ਅਨੇਕ ਅਸੰਖਾ, ਉੱਥੇ ਹੋ ਜਾਏਗਾ ਵਾਜੇ ਤੇਰੇ ਨਾਦ ਅਨੇਕ ਅਸੰਖਾ। ਜਪਜੀ ਸਾਹਿਬ ਵਿੱਚ ਕੀਤੇ ਵਾਵਣ ਹਾਰੇ ਤੇ ਰਹਿਰਾਸ ਸਾਹਿਬ ਵਿੱਚ ਹੋ ਰਿਹਾ ਕੀਤੇ ਤੇਰੇ ਵਾਵਣ ਹਾਰੇ। ਇਸ ਤਰ੍ਹਾਂ ਦੋ ਵਾਰ ਤੇਰੇ ਸ਼ਬਦ ਜਿਹੜਾ ਹੈ ਉਹ ਰਹਿਰਾਸ ਸਾਹਿਬ ਵਿੱਚ ਸੋਦਰ ਦੀ ਜਿਹੜੀ ਬਾਣੀ ਹੈ ਉਹਦੇ ਵਿੱਚ ਜਪਜੀ ਸਾਹਿਬ ਦੀ ਸੋਦਰ ਦੀ ਬਾਣੀ ਨਾਲੋਂ ਫਰਕ ਵਿੱਚ ਆ ਰਿਹਾ ਹੈ। ਇਹ ਦੋ ਵਾਰ ਅਸੀਂ ਦੇਖਦੇ ਹਾਂ ਤੇਰੇ ਸ਼ਬਦ ਵਿੱਚ ਜੁੜ ਰਹੇ ਹੈ ਤੇ ਦੂਜੀ ਪੰਗਤੀ ਵਿੱਚ ਦੋ ਫਰਕ, ਦੋ ਅੰਤਰ ਸਾਨੂੰ ਦਿਖਾਈ ਦਿੰਦੇ ਹੈ। ਤੀਜੀ ਪੰਗਤੀ ਹੈ ਜੀ, ਕੀਤੇ ਰਾਗ ਭਰੀ ਸਿਉ ਕਈਨ ਕੀਤੇ ਗਾਵਣ ਹਾਰੇ। ਹੁਣ ਜਦੋਂ ਇਹੀ ਪੰਗਤੀ ਰਹਿਰਾਸ ਸਾਹਿਬ ਵਿੱਚ ਆਉਂਦੀ ਹੈ ਤਾਂ ਹੋ ਜਾਂਦਾ ਕੀਤੇ ਤੇਰੇ ਰਾਗ ਭਰੀ ਸਿਉ ਕਈਐ। ਕਈਨ ਦੀ ਥਾਂ ਤੇ ਕਈਏ ਹੋ ਗਿਆ ਤੇ ਤੇਰੇ ਸ਼ਬਦ ਇਸ ਤੋਂ ਪਹਿਲਾਂ ਆ ਗਿਆ। ਅਗਲੇ ਹਿੱਸੇ ਵਿੱਚ ਦੇਖਦੇ ਹਾਂ, ਕੀਤੇ ਗਾਵਣ ਹਾਰੇ ਦੀ ਥਾਂ ਤੇ ਹੋ ਜਾਂਦਾ ਹੈ ਕੀਤੇ ਤੇਰੇ ਗਾਵਣ ਹਾਰੇ। ਕੀਤੇ ਰਾਗ ਭਰੀ ਸਿਉ ਕਈਨ ਕੀਤੇ ਗਾਵਣ ਹਾਰੇ, ਇਹ ਪੰਗਤੀ ਜਪਜੀ ਸਾਹਿਬ ਦੀ ਹੈ। ਪਰ ਜਦੋਂ ਰਹਿਰਾਸ ਸਾਹਿਬ ਵਿੱਚ ਇਹ ਪੰਗਤੀ ਆਉਂਦੀ ਹੈ ਤਾਂ ਹੋ ਜਾਂਦਾ ਹੈ ਕੀਤੇ ਤੇਰੇ ਰਾਗ ਭਰੀ ਸਿਉ ਕਈਐ। ਕਈਆਂ ਦੀ ਥਾਂ ਤੇ ਕਈਐ ਹੋ ਗਿਆ, ਕੀਤੇ ਤੇਰੇ ਗਾਵਣ ਹਾਰੇ। ਦੋ ਵਾਰ ਤੇਰੇ ਸ਼ਬਦ ਦਰਜ ਹੋ ਗਿਆ, ਇੱਕ ਵਾਰੀ ਕਈਆਂ ਦੀ ਥਾਂ ਤੇ ਕਈਐ ਹੋ ਗਿਆ ਤੇ ਇਸ ਤਰ੍ਹਾਂ ਇਹ ਤਿੰਨ ਫਰਕ ਤੀਜੀ ਪੰਗਤੀ ਵਿੱਚ ਸਾਨੂੰ ਨਜ਼ਰ ਆ ਰਹੇ ਹਨ। ਪਹਿਲੀ ਪੰਗਤੀ ਵਿੱਚ ਇੱਕ ਫਰਕ ਸੀ, ਦੂਜੀ ਪੰਗਤੀ ਵਿੱਚ ਦੋ ਫਰਕ ਸਨ, ਤੀਜੀ ਪੰਗਤੀ ਵਿੱਚ ਤਿੰਨ ਫਰਕ। ਚੌਥੀ ਪੰਗਤੀ ਤੇ ਅਸੀਂ ਨਜ਼ਰਸਾਨੀ ਕਰਦੇ ਹਾਂ, ਗਾਵੇਂ ਤੁਹਾਨੂੰ ਪੌਣ ਪਾਣੀ ਬੈ ਸੰਤਰ।
ਇਹ ਇਸ ਪੰਕਤੀ ਦਾ ਪਹਿਲਾ ਹਿੱਸਾ। ਅਗਲਾ ਹੈ ਗਾਵੈ ਰਾਜਾ ਧਰਮ ਦੁਆਰੇ। ਪੂਰੀ ਪੰਕਤੀ ਇੱਥੇ ਜਾ ਕੇ ਸਮਾਪਤ ਹੁੰਦੀ ਹੈ। ਪਰ ਜਦੋਂ ਇਹੀ ਪੰਕਤੀ ਰਹਿਰਾਸ ਵਿੱਚ ਆਉਂਦੀ ਹੈ ਤਾਂ ਗਾਵੇਂ ਦੀ ਥਾਂ ਤੇ ਜਿੱਥੇ ਜਿੱਥੇ ਜਪਜੀ ਸਾਹਿਬ ਵਿੱਚ ਗਾਵੇਂ ਸ਼ਬਦ ਆ ਰਿਹਾ ਹੈ, ਹਾਹੇ ਨੂੰ ਸਿਹਾਰੀ ਲੱਗੀ ਹੋਈ ਹੈ, ਉੱਥੇ ਉੱਥੇ ਰਹਿਰਾਸ ਸਾਹਿਬ ਵਿੱਚ ਇਹ ਗਾਵਨ ਤੁਧਨੋਂ ਵਿੱਚ ਆਮ ਤੌਰ ਤੇ ਬਦਲਿਆ ਜਾ ਰਿਹਾ ਹੈ। ਗਾਵੇਂ ਦੀ ਥਾਂ ਤੇ ਗਾਵਨ ਹੋ ਜਾਏਗਾ ਤੇ ਤੁਹਨੋਂ ਦੀ ਥਾਂ ਤੇ ਤੁਧਨੋਂ ਹੋ ਜਾਏਗਾ ਤੇ ਪਾਉਣ ਦੀ ਥਾਂ ਤੇ ਪਵਨ ਹੋ ਜਾਏਗਾ। ਆ ਫਰਕ ਅਸੀਂ ਦੇਖਦੇ ਹਾਂ ਜੀ। ਗਾਵੇਂ ਤੁਹਨੂੰ ਪਾਉਣ ਪਾਣੀ ਬੈਸੰਤਰ, ਰਹਿਰਾਸ ਸਾਹਿਬ ਵਿੱਚ ਜਦੋਂ ਇਹ ਪੰਕਤੀ ਆਏਗੀ ਤਾਂ ਹੋ ਜਾਏਗਾ ਗਾਵਨ ਤੁਧਨੂੰ ਪਵਨ ਪਾਣੀ ਬੈਸੰਤਰ। ਪਹਿਲੇ 3 ਸ਼ਬਦਾਂ ਦੇ ਵਿੱਚ ਫਰਕ ਆ ਰਿਹਾ ਹੈ। ਗਾਵੇਂ ਦੀ ਥਾਂ ਤੇ ਗਾਵਨ ਹੋ ਰਿਹਾ ਹੈ, ਤੁਹਨੂੰ ਦੀ ਥਾਂ ਤੇ ਤੁਧਨੂੰ ਹੋ ਰਿਹਾ ਹੈ ਤੇ ਪਾਉਣ ਦੀ ਥਾਂ ਤੇ ਪਵਨ ਹੋ ਰਿਹਾ ਹੈ। ਪਾਣੀ ਬੈਸੰਤਰ ਜਿੱਥੇ ਜਾ ਕੇ ਪੰਕਤੀ ਦਾ ਪਹਿਲਾ ਹਿੱਸਾ ਸਮਾਪਤ ਹੁੰਦਾ ਹੈ, ਉਸ ਤੋਂ ਬਾਅਦ ਦੂਜਾ ਹਿੱਸਾ ਗਾਵੈ ਰਾਜਾ ਧਰਮ ਦੁਆਰੇ, ਇਹਦੇ ਵਿੱਚ ਕੋਈ ਫਰਕ ਨਹੀਂ ਹੈ। ਉਹ ਰਹਿਰਾਸ ਸਾਹਿਬ ਵਿੱਚ ਵੀ ਉਦਾਂ ਹੀ ਹੈ, ਗਾਵੈ ਰਾਜਾ ਧਰਮ ਦੁਆਰੇ। ਪਰ ਪਹਿਲਾ ਜਿਹੜਾ ਹਿੱਸਾ ਹੈ ਗਾਵੈ ਤੁਹਾਨੂੰ ਪਾਉਣ ਪਾਣੀ ਬੈਸੰਤਰ, ਤੇ ਦੂਸਰੇ ਪਾਸੇ ਰਹਿਰਾਸ ਸਾਹਿਬ ਵਿੱਚ ਆ ਰਿਹਾ ਗਾਵਨ ਤੁਧਨੂੰ ਪਵਨ ਪਾਣੀ ਬੈਸੰਤਰ, ਤਾਂ ਇਹਦੇ ਵਿੱਚ ਅਸੀਂ ਦੇਖਦੇ ਹਾਂ 3 ਅੰਤਰ। ਗਾਵੇਂ ਦੀ ਥਾਂ ਤੇ ਗਾਵਨ, ਤੁਹਾਨੂੰ ਦੀ ਥਾਂ ਤੇ ਤੁਧਨੂੰ ਤੇ ਪਾਉਣ ਦੀ ਥਾਂ ਤੇ ਪਵਨ। ਇਹ 3 ਫਰਕ ਜਿਹੜੇ ਸਾਨੂੰ ਦਿਖਾਈ ਦਿੰਦੇ ਆ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਪਹਿਲਾਂ 4 ਪੰਕਤੀਆਂ ਵਿੱਚ ਹੀ ਜੇ ਅਸੀਂ ਦੇਖੀਏ ਤਾਂ ਪਹਿਲੀ ਪੰਕਤੀ ਵਿੱਚ ਇੱਕ ਫਰਕ ਆ ਰਿਹਾ, ਦੂਜੀ ਵਿੱਚ 2 ਫਰਕ ਆ ਰਹੇ ਹਨ, ਤੀਜੀ ਪੰਕਤੀ ਵਿੱਚ 3 ਫਰਕ ਆ ਰਹੇ ਹਨ, ਚੌਥੀ ਪੰਕਤੀ ਵਿੱਚ ਵੀ 3 ਫਰਕ ਆ ਰਹੇ ਹਨ। ਇਹ ਜਿਹੜੇ ਫਰਕ ਹੈ ਕਿ ਇਹਨਾਂ ਨੂੰ ਇੰਨੀ ਬਰੀਕ ਬੀਨੀ ਦੇ ਨਾਲ ਧਿਆਨ ਵਿੱਚ ਰੱਖਦੇ ਹੋਏ ਹੀ ਪਾਠ ਕਰਨਾ ਚਾਹੀਦਾ। ਇਹ ਗੱਲ ਠੀਕ ਹੈ ਕਿ ਅਸੀਂ ਆਪਣੀ ਅਰਦਾਸ ਵਿੱਚ ਨਿਤਾਂ ਪ੍ਰਤੀ ਬੜੀ ਹਲੀਮੀ ਨਾਲ ਅਰਦਾਸ ਕਰਦੇ ਹਾਂ ਕਿ ਹੇ ਸੱਚੇ ਪਾਤਸ਼ਾਹ, ਅੱਖਰ ਵਾਧਾ ਘਾਟਾ ਭੁੱਲ-ਚੁੱਕ ਮਾਫ ਕਰਨੀ। ਪਰ ਉਹ ਜਿਹੜੀ ਮੁਆਫੀ ਹੈ ਅਸੀਂ ਅਣਜਾਣੇ ਵਿੱਚ ਕੀਤੀਆਂ ਗਈਆਂ ਗਲਤੀਆਂ ਦੀ ਮੰਗਦੇ ਹਾਂ। ਜਾਣ ਬੁੱਝ ਕੇ ਅਸੀਂ ਗਲਤੀ ਕਰਨ ਦੀ ਜਿਹੜੀ ਸਾਨੂੰ ਇਜਾਜ਼ਤ ਹੈ ਉਹ ਕਿਤੇ ਵੀ ਸਾਨੂੰ ਪੰਥ ਵਿੱਚ ਨਹੀਂ ਮਿਲੀ ਹੋਈ। ਹਿਦਾਇਤ ਇਹੀ ਹੈ ਕਿ ਆਪਣੇ ਵੱਲੋਂ ਜਿੱਥੋਂ ਤੱਕ ਹੋ ਸਕੇ ਗੁਰਬਾਣੀ ਦਾ ਸ਼ੁੱਧ ਪਾਠ ਕਰਨਾ ਚਾਹੀਦਾ। ਤਾਂ ਉਹਦੇ ਲਈ ਸਾਨੂੰ ਜਿਹੜੀ ਸ਼ਬਦ ਦੀ ਬਣਤਰ ਹੈ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਉਹਦਾ ਉਚਾਰਨ ਕਰਨਾ ਚਾਹੀਦਾ। ਕਿਸੇ ਭਾਸ਼ਾ ਦੇ ਨਾਲ, ਕਿਸੇ ਬਾਣੀ ਦੇ ਨਾਲ ਤਾਂ ਹੀ ਸੱਚੇ ਅਰਥਾਂ ਵਿੱਚ ਇਨਸਾਫ ਹੋ ਸਕਦਾ ਹੈ ਜੇ ਅਸੀਂ ਸ਼ਬਦਾਂ ਦੀ ਬਣਤਰ ਦੇ ਮੁਤਾਬਿਕ ਹੀ ਉਚਾਰਨ ਕਰੀਏ। ਇਹ ਬਹੁਤ ਲਾਜ਼ਮੀ ਹੈ। ਫਿਰ ਜਦੋਂ ਅਸੀਂ ਇਹ ਕਹਿੰਦੇ ਆ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਈ, ਤੇ ਇਹ ਬਾਣੀ ਜਿਸ ਨੂੰ ਨਿਰੰਕਾਰ ਸਵਰੂਪ ਕਿਹਾ ਗਿਆ ਉਸ ਨੂੰ ਪੜ੍ਹਨ ਲੱਗਿਆ ਅਦਬ ਤੇ ਸਤਿਕਾਰ ਦਾ ਵਿਸ਼ੇਸ਼ ਤੌਰ ਤੇ ਸਾਨੂੰ ਧਿਆਨ ਜਿਹੜਾ ਹੈ ਉਹ ਰੱਖਣਾ ਬਣਦਾ ਹੈ। ਇਸ ਕਰਕੇ ਇਹ ਅੰਤਰ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। 5ਵੀਂ ਪੰਕਤੀ ਦੇਖੋ ਜੀ, ਗਾਵੇਂ ਚਿੱਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ। ਇਹ ਪੰਕਤੀ ਹੈ ਜਪਜੀ ਸਾਹਿਬ ਦੀ। ਇਹੀ ਪੰਕਤੀ ਜਦੋਂ ਰਹਿਰਾਸਾ ਵਿੱਚ ਆਉਂਦੀ ਹੈ ਤਾਂ ਗਾਵੇਂ ਦਾ ਹੋ ਜਾਂਦਾ ਹੈ ਗਾਵਨ, ਚਿੱਤ ਗੁਪਤ ਲਿਖ ਜਾਣੈ ਦੀ ਥਾਂ ਤੇ ਹੋ ਜਾਂਦਾ ਜਾਣਨ, ਤੇ ਅੱਗੇ ਹੈ ਲਿਖ ਲਿਖ ਧਰਮ ਵਿਚਾਰੇ, ਤੇ ਵਿਚਾਰੇ ਦੀ ਥਾਂ ਤੇ ਹੋ ਜਾਂਦਾ ਵਿਚਾਰੇ। ਆ 5ਵੀਂ ਪੰਕਤੀ ਉਹ ਜਿਹਦੇ ਵਿੱਚ 4 ਅੰਤਰ, 4 ਫਰਕ ਸਾਨੂੰ ਦਿਖਾਈ ਦਿੰਦੇ ਹੈ। ਗਾਵੇਂ ਦੀ ਥਾਂ ਤੇ ਗਾਵਨ ਤੁਧ ਨੂੰ ਆ ਗਿਆ, ਗਾਵੇਂ ਦੀ ਥਾਂ ਤੇ ਗਾਵਨ ਤੁਧ ਨੂੰ ਆ ਗਿਆ, ਗਾਵਨ ਤੁਧ ਨੂੰ ਚਿੱਤ ਗੁਪਤ ਲਿਖ ਜਾਣੈ ਦੀ ਥਾਂ ਤੇ ਜਾਣਨ, ਤੇ ਲਿਖ ਲਿਖ ਧਰਮ ਵਿਚਾਰੇ ਦੀ ਥਾਂ ਤੇ ਵਿਚਾਰੇ ਆ ਗਿਆ। ਗਾਵੇਂ ਦੀ ਥਾਂ ਤੇ ਗਾਵਨ ਤੁਧ ਨੂੰ ਆਇਆ, 2 ਫਰਕ ਇਹ ਹੋ ਗਏ। ਜਾਣੈ ਦੀ ਥਾਂ ਤੇ ਜਾਣਨ ਆ ਗਿਆ, ਤੀਸਰਾ ਫਰਕ ਇਹ ਹੋ ਗਿਆ। ਤੇ ਵਿਚਾਰੇ ਦੀ ਥਾਂ ਤੇ ਵਿਚਾਰੇ ਆ ਗਿਆ, ਇਹ ਚੌਥਾ ਫਰਕ ਹੋ ਗਿਆ। ਵਿਚਾਰੇ ਤੇ ਵਿਚਾਰੇ ਵਿੱਚ ਭਾਵੇਂ ਮਾਤਰਾ ਦਾ ਫਰਕ ਨਹੀਂ ਹੈ, ਮਾਤਰਾ
ਦੋਹਾਂ ਪਾਸੇ ਬਿਹਾਰੀ ਲੱਗੀ ਹੋਈ ਹੈ, ਪਰ ਵੱਵੇ ਤੇ ਬੱਬੇ ਦਾ ਜੋ ਅੰਤਰ ਹੈ ਅਸੀਂ ਉਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। 6ਵੀਂ ਪੰਕਤੀ, ਗਾਵੇਂ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ। ਇਹ ਜਪਜੀ ਸਾਹਿਬ ਦੀ ਪੰਕਤੀ ਹੈ, ਪਰ ਜਦੋਂ ਇਹੀ ਪੰਕਤੀ ਰਹਿ ਰਾਸਾ ਵਿੱਚ ਆਉਂਦੀ ਹੈ ਤਾਂ ਹੋ ਜਾਂਦਾ ਹੈ ਗਾਵਨ ਤੁਧਨੋ। ਇੱਕ ਫਾਰਮੂਲਾ ਮੈਂ ਪਹਿਲਾਂ ਵੀ ਇਹ ਗੱਲ ਕਰ ਚੁੱਕਾ ਕਿ ਜਿੱਥੇ ਜਿੱਥੇ ਗਾਵੇਂ ਆ ਰਿਹਾ ਹੈ ਉੱਥੇ ਉੱਥੇ ਰਹਿ ਰਾਸਾ ਵਿੱਚ ਉਹ ਗਾਵਨ ਤੁਧਨੋ ਵਿੱਚ ਤਬਦੀਲ ਹੋ ਰਿਹਾ ਹੈ। ਗਾਵੇਂ ਈਸ਼ਰ ਬ੍ਰਹਮਾ ਦੇਵੀ, ਹੁਣ ਇੱਥੇ ਹੋ ਰਿਹਾ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ। ਇੱਕ ਹੋਰ ਫਰਕ ਅਸੀਂ ਦੇਖ ਸਕਦੇ ਹਾਂ, ਜਿਹੜਾ ਬ੍ਰਹਮਾ ਜੀ ਵਾਸਤੇ ਬ੍ਰਹਮਾ ਸ਼ਬਦ ਵਰਤਿਆ ਗਿਆ ਜਪਜੀ ਸਾਹਿਬ ਵਿੱਚ, ਉਹ ਬੱਬਾ, ਰਰਾ, ਮੰਮਾ ਤੇ ਮੰਮੀ ਨੂੰ ਕੰਨਾ ਹੈ। ਪਰ ਇਹੀ ਸ਼ਬਦ ਜਦੋਂ ਰਹਿਰਾਸਾ ਵਿੱਚ ਆਉਂਦਾ ਹੈ ਤਾਂ ਬੱਬੇ ਦੇ ਪੈਰੀਂ ਰਰਾ ਲੱਗ ਜਾਂਦਾ, ਹਾਹਾ ਲੱਗ ਜਾਂਦਾ, ਮੰਮੀ ਨੂੰ ਕੰਨਾ ਲੱਗ ਜਾਂਦਾ। ਲਿਖਣ ਵਿੱਚ ਫਰਕ ਹੈ, ਜਦ ਲਿਖਣ ਵਿੱਚ ਫਰਕ ਹੈ ਤਾਂ ਉਚਾਰਨ ਵਿੱਚ ਵੀ ਫਰਕ ਆਉਣਾ ਲਾਜ਼ਮੀ ਹੈ। ਅੱਗੇ ਗਾਵੇਂ ਈਸ਼ਰ, ਉੱਥੇ ਹੈ ਬ੍ਰਹਮਾ ਦੇਵੀ, ਇੱਥੇ ਹੈ ਬ੍ਰਹਮਾ ਦੇਵੀ, ਭਾਵੇਂ ਇਹ ਦੋਵੇਂ ਸ਼ਬਦ ਬ੍ਰਹਮਾ ਜੀ ਵਾਸਤੇ ਹੀ ਆਏ ਨੇ। ਸੋਹਨ ਸਦਾ ਸਵਾਰੇ, ਤੇ ਇੱਥੇ ਹੋ ਜਾਏਗਾ ਸੋਹਨ ਤੇਰੇ ਸਦਾ ਸਵਾਰੇ। ਹੁਣ ਗਾਵੇਂ ਦੀ ਥਾਂ ਤੇ ਗਾਵਨ ਤੁਧ ਨੂੰ, ਦੋ ਫਰਕ ਇਹ ਹੋ ਗਏ। ਬ੍ਰਹਮਾ ਤੇ ਬ੍ਰਹਮਾ ਦਾ ਜਿਹੜਾ ਫਰਕ ਹੈ, ਤੀਸਰਾ ਫਰਕ ਇਹ ਹੋ ਗਿਆ। ਤੇ ਤੇਰੇ ਸ਼ਬਦ ਸੋਹਨ ਤੇਰੇ ਸਦਾ ਸਵਾਰੇ, ਇੱਕ ਤੇਰੇ ਸ਼ਬਦ ਹੋਰ ਸ਼ਾਮਲ ਹੋ ਗਿਆ। ਤੇ ਇਸ ਤਰ੍ਹਾਂ 6ਵੀਂ ਪੰਕਤੀ ਵਿੱਚ ਵੀ ਸਾਨੂੰ 4 ਫਰਕ ਜਿਹੜੇ ਉਹ ਦਿਖਾਈ ਦਿੰਦੇ ਆ। 7ਵੀਂ ਪੰਕਤੀ, ਗਾਵੇਂ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ। ਗਾਵੇਂ ਦੀ ਥਾਂ ਤੇ ਜੇ ਫਾਰਮੂਲੇ ਨੂੰ ਅਸੀਂ ਫਾਲੋ ਕਰੀਏ ਤਾਂ ਹੋ ਜਾਏਗਾ ਗਾਵਨ ਤੁਧਨੋ। ਗਾਵੇਂ ਦੀ ਥਾਂ ਤੇ ਗਾਵਨ ਤੁਧਨੋ। ਪਰ ਇੱਥੇ ਇੱਕ ਗੌਰ ਕਰਨ ਵਾਲੀ ਗੱਲ ਹੈ, ਅੱਗੇ ਇੰਦ ਇੰਦਾਸਣ ਜਿਹੜਾ ਸ਼ਬਦ ਜਪਜੀ ਸਾਹਿਬ ਵਿੱਚ ਆ ਰਿਹਾ ਉਹ ਰਹਿਰਾਸ ਸਾਹਿਬ ਵਿੱਚ ਇੰਦਰ ਇੰਦਰਾਸਣ ਹੋ ਜਾਂਦਾ। ਗਾਵੇਂ ਇੰਦ ਇੰਦਾਸਣ ਬੈਠੇ ਰਹਿਰਾਸ ਸਾਹਿਬ ਵਿੱਚ ਹੋ ਜਾਏਗਾ ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ। ਗਾਵੇਂ ਗਾਵਨ ਤੁਧਨੋ ਵਿੱਚ ਤਬਦੀਲ ਹੋ ਗਿਆ ਤੇ ਇੰਦ ਇੰਦਾਸਣ ਇੰਦਰ ਇੰਦਰਾਸਣ ਵਿੱਚ ਤਬਦੀਲ ਹੋ ਗਿਆ। ਬੈਠੇ ਬੈਠੇ ਹੀ ਰਹੇਗਾ। ਦੇਵਤਿਆਂ ਦਰ ਨਾਲੇ, ਅੱਗੇ ਫਰਕ ਨਹੀਂ ਹੈ ਕੋਈ, ਪਰ 4 ਫਰਕ ਫਿਰ ਵੀ ਇਸ ਪੰਕਤੀ ਵਿੱਚ ਬਣ ਜਾਂਦੇ ਹੈ, ਕਿਉਂਕਿ ਗਾਵੇਂ ਦੀ ਥਾਂ ਤੇ ਗਾਵਨ ਤੁਧਨੋ ਹੋ ਗਿਆ ਤੇ ਇੰਦ ਇੰਦਾਸਣ ਦੀ ਥਾਂ ਤੇ ਇੰਦਰ ਇੰਦਰਾਸਣ ਹੋ ਗਿਆ। ਗਾਵਨ ਤੁਧਨੋ ਇੰਦਰ ਇੰਦਰਾਸਣ, ਇਹ 4 ਫਰਕ ਸਾਨੂੰ ਇਸ 7ਵੀਂ ਪੰਕਤੀ ਵਿੱਚ ਨਜ਼ਰ ਆਉਂਦੇ ਆ। 8ਵੀਂ ਪੰਕਤੀ ਹੈ, ਗਾਵੇਂ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ। ਹੁਣ ਇਹਦੇ ਵਿੱਚ ਦੇਖਣ ਵਾਲੀ ਗੱਲ, ਗਾਵੇਂ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਤੁਧਨੋ ਸ਼ਬਦ ਲੱਗ ਰਿਹਾ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਜਿੱਥੇ ਗਾਵੇਂ ਸੀ ਉੱਥੇ ਉਸੇ ਤਰ੍ਹਾਂ ਉਹੀ ਫਾਰਮੂਲਾ ਅਪਣਾਉਂਦੇ ਹੋਏ ਗਾਵਨ ਤੁਧਨੋ ਹੋ ਗਿਆ। ਸਿੱਧ ਸਮਾਧੀ ਅੰਦਰ ਉਸੇ ਤਰ੍ਹਾਂ ਹੀ ਆਏਗਾ। ਹੁਣ ਇੱਥੇ ਜਪਜੀ ਸਾਹਿਬ ਵਿੱਚ ਗਾਵਨ ਆਪਣੇ ਆਪ ਪਹਿਲਾਂ ਤੋਂ ਹੀ ਆਇਆ ਹੋਇਆ। ਹੁਣ ਇੱਥੇ ਗਾਵੇਂ ਨਹੀਂ ਆ ਰਿਹਾ, ਬਾਅਦ ਵਿੱਚ ਗਾਵਨ ਹੀ ਆ ਰਿਹਾ। ਜਿਹੜੀ ਪੰਕਤੀ ਹੈ ਜਪਜੀ ਸਾਹਿਬ ਦੀ, ਸ਼ੁਰੂ ਵਿੱਚ ਤਾਂ ਗਾਵੇਂ ਤੋਂ ਸ਼ੁਰੂ ਹੋ ਰਹੀ ਹੈ, ਪਰ ਜਦੋਂ ਦੂਸਰੀ ਵਾਰੀ ਆਉਂਦਾ ਤਾਂ ਗਾਵਨ ਸ਼ਬਦ ਆਉਂਦਾ, ਗਾਵਨ ਸਾਧ ਵਿਚਾਰੇ। ਪਰ ਰਹਿਰਾਸ ਸਾਹਿਬ ਵਿੱਚ ਜਿੱਥੇ ਵੀ ਗਾਵਨ ਆ ਰਿਹਾ ਉੱਥੇ ਨਾਲ ਤੁਧਨੋ ਲੱਗ ਰਿਹਾ। ਸੋ ਅਸੀਂ ਦੇਖ ਸਕਦੇ ਹਾਂ ਜਿਹੜੀ ਪਹਿਲੀ ਹਿੱਸਾ ਹੈ ਗਾਵੇਂ ਸਿੱਧ ਸਮਾਧੀ ਅੰਦਰ, ਉੱਥੇ ਤਾਂ ਹੋ ਜਾਏਗਾ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਤੇ ਜਿੱਥੇ ਗਾਵਨ ਸਾਧ ਵਿਚਾਰੇ ਆ ਰਿਹਾ ਉੱਥੇ ਤੁਧਨੋ ਵਿੱਚ ਸ਼ਾਮਲ ਹੋ ਜਾਏਗਾ ਗਾਵਨ ਤੁਧਨੋ, ਪਰ ਵਿਚਾਰੇ ਦੀ ਥਾਂ ਤੇ ਵਿਚਾਰੇ ਹੋ ਜਾਏਗਾ। ਗਾਵਨ ਤੁਧਨੋ ਸਾਧ ਵਿਚਾਰੇ। ਵਿਚਾਰੇ ਤੇ ਵਿਚਾਰੇ ਦੋਹਾਂ ਦੀ ਮਾਤਰਾ ਦਾ ਵੀ ਫਰਕ ਹੈ, ਕਿਉਂਕਿ ਵਿਚਾਰੇ ਵਿੱਚ ਸਿਹਾਰੀ ਲੱਗੀ ਹੋਈ ਹੈ ਤੇ ਵਿਚਾਰੇ ਵਿੱਚ ਬਿਹਾਰੀ ਲੱਗੀ ਹੋਈ ਹੈ। ਵੱਵੇ ਤੇ ਬੱਬੇ ਦਾ ਜਿਹੜਾ ਫਰਕ ਹੈ ਉਹ ਤਾਂ ਹੈ ਹੀ ਹੈ। ਸੋ ਇਸ ਲਿਹਾਜ਼ ਨਾਲ 8ਵੀਂ ਪੰਕਤੀ ਵਿੱਚ ਵੀ ਸਾਨੂੰ 4 ਫਰਕ ਦਿਖਾਈ ਦਿੰਦੇ ਆ। ਇੱਕ ਵਾਰ ਫਿਰ ਤੋਂ ਅਸੀਂ ਇਸ ਗੱਲ ਨੂੰ ਸਮਝਣ ਦਾ ਆਹਰ ਕਰਦੇ ਹਾਂ। ਗਾਵੇਂ, ਗਾਵੇਂ ਦੀ ਥਾਂ ਤੇ ਗਾਵਨ ਤੁਧਨੋ। ਗਾਵੇਂ ਸਿੱਧ ਸਮਾਧੀ ਅੰਦਰ,
ਇੱਥੇ ਹੋ ਰਿਹਾ ਗਾਵਨ ਤੁਧਨੂੰ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਤੇ ਇੱਥੇ ਹੋ ਰਿਹਾ ਗਾਵਨ ਤੁਧਨੂੰ ਸਾਧ ਵਿਚਾਰੇ। ਤੇ ਇਸ ਤਰ੍ਹਾਂ ਇਹ ਚਾਰ ਫਰਕ ਜਿਹੜੇ ਹੈ ਉਹ 8ਵੀਂ ਪੰਕਤੀ ਵਿੱਚ ਨਜ਼ਰ ਆ ਰਹੀ ਹੈ। 9ਵੀਂ ਪੰਕਤੀ, ਗਾਵਨ ਜਤੀ ਸਤੀ ਸੰਤੋਖੀ, ਗਾਵੇਂ ਵੀਰ ਕਰਾਰੇ। ਹੁਣ ਇਹ ਜਪਜੀ ਸਾਹਿਬ ਦੀ ਅਜਿਹੀ ਪੰਕਤੀ ਹੈ ਜਿਹੜੀ ਗਾਵਨ ਤੋਂ ਸ਼ੁਰੂ ਹੋ ਰਹੀ ਹੈ। ਹੁਣ ਤੱਕ ਪੰਕਤੀਆਂ ਗਾਵੇਂ ਤੋਂ ਸ਼ੁਰੂ ਹੋ ਰਹੀਆਂ ਸੀ, ਹਾਹੇ ਨੂੰ ਸਿਹਾਰੀ ਲੱਗੀ ਹੋਈ ਸੀ, ਤੇ ਜਿੱਥੇ ਹਾਹੇ ਨੂੰ ਸਿਹਾਰੀ ਲੱਗੀ ਹੋਈ ਸੀ ਉੱਥੇ ਆਮ ਤੌਰ ਤੇ ਰਹਿਰਾਸ ਸਾਹਿਬ ਵਿੱਚ ਗਾਵਨ ਤੁਧਨੋਂ ਵਿੱਚ ਇਹ ਸ਼ਬਦ ਜਿਹੜਾ ਹੈ ਤਬਦੀਲ ਹੋ ਰਿਹਾ ਸੀ। ਪਰ ਇਹ ਜਿਹੜੀ ਪੰਕਤੀ ਹੈ 9ਵੀਂ ਪੰਕਤੀ ਹੈ, ਇਹ ਸ਼ੁਰੂ ਗਾਵਨ ਤੋਂ ਹੀ ਹੋ ਰਹੀ ਹੈ, ਪਰ ਇੱਥੇ ਗਾਵਨ ਦੇ ਨਾਲ ਤੁਧਨੋਂ ਸ਼ਬਦ ਨਹੀਂ ਲੱਗਾ ਹੋਇਆ, ਤੇ ਰਹਿਰਾਸ ਵਿੱਚ ਗਾਵਨ ਦੇ ਨਾਲ ਅਕਸਰ ਜਿਹੜਾ ਤੁਧਨੋਂ ਸ਼ਬਦ ਹੈ ਉਹ ਆ ਰਿਹਾ, ਤੇ ਇਸ ਲਿਹਾਜ਼ ਨਾਲ ਗਾਵਨ ਜਤੀ ਸਤੀ ਸੰਤੋਖੀ ਜਿੱਥੇ ਆਏਗਾ ਜਪਜੀ ਸਾਹਿਬ ਵਿੱਚ, ਉੱਥੇ ਰਹਿਰਾਸ ਸਾਹਿਬ ਵਿੱਚ ਆਏਗਾ ਗਾਵਨ ਤੁਧਨੋਂ ਜਤੀ ਸਤੀ ਸੰਤੋਖੀ। ਅੱਗੇ ਆ ਰਹੇ ਗਾਵੇਂ ਵੀਰ ਕਰਾਰੇ, ਫਿਰ ਕਿਉਂਕਿ ਇੱਥੇ ਫਿਰ ਹਾਹੇ ਨੂੰ ਸਿਹਾਰੀ ਵਾਲਾ ਗਾਵੇਂ ਆਇਆ ਤੇ ਉਹ ਫਿਰ ਰਹਿਰਾਸ ਸਾਹਿਬ ਵਿੱਚ ਗਾਵਨ ਤੁਧਨੋਂ ਵਿੱਚ ਤਬਦੀਲ ਹੋ ਜਾਏਗਾ। ਗਾਵੇਂ ਵੀਰ ਕਰਾਰੇ ਦੀ ਥਾਂ ਤੇ ਹੋ ਜਾਏਗਾ ਗਾਵਨ ਤੁਧਨੋਂ ਵੀਰ ਕਰਾਰੇ। ਤੇ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਇਹਦੇ ਵਿੱਚ 3 ਫਰਕ ਨਜ਼ਰ ਆਉਣਗੇ। 4 ਇਸ ਕਰਕੇ ਨਹੀਂ ਆਉਣਗੇ ਕਿਉਂਕਿ ਗਾਵਨ ਤੋਂ ਪੰਕਤੀ ਸ਼ੁਰੂ ਹੋ ਰਹੀ ਹੈ। ਜੇ ਗਾਵੇਂ ਤੋਂ ਸ਼ੁਰੂ ਹੋ ਰਹੀ ਹੁੰਦੀ ਫਿਰ ਗਾਵਨ ਤੁਧਨੋਂ ਆਉਣਾ ਸੀ, ਪਰ ਗਾਵਨ ਤੋਂ ਪੰਕਤੀ ਸ਼ੁਰੂ ਹੋ ਰਹੀ ਹੈ, ਇਸ ਕਰਕੇ ਇੱਕ ਫਰਕ ਘਟ ਗਿਆ ਤੇ ਗਾਵਨ ਦੇ ਨਾਲ ਤੁਧਨੋਂ ਸ਼ਬਦ ਲੱਗਾ, ਤੇ ਅੱਗੇ ਜਿੱਥੇ ਗਾਵੇਂ ਆ ਰਿਹਾ ਉੱਥੇ ਗਾਵਨ ਤੁਧਨੋਂ ਲੱਗ ਗਿਆ। ਤੇ ਇਸ ਤਰ੍ਹਾਂ ਇਹ 3 ਫਰਕ ਜਿਹੜੇ ਆ ਸਾਨੂੰ ਇਸ ਪੰਕਤੀ ਵਿੱਚ ਨਜ਼ਰ ਆ ਰਹੇ ਹਨ। ਗਾਵਨ ਜਤੀ ਸਤੀ ਸੰਤੋਖੀ, ਗਾਵੇਂ ਵੀਰ ਕਰਾਰੇ, ਇਹ ਜਪਜੀ ਸਾਹਿਬ ਦੀ ਪੰਕਤੀ ਹੈ, ਤੇ ਜਦੋਂ ਰਹਿਰਾਸ ਸਾਹਿਬ ਵਿੱਚ ਇਹ ਪੰਕਤੀ ਆਉਂਦੀ ਹੈ ਤਾਂ ਹੋ ਜਾਂਦਾ ਹੈ ਗਾਵਨ ਤੁਧਨੋਂ ਜਤੀ ਸਤੀ ਸੰਤੋਖੀ, ਗਾਵਨ ਤੁਧਨੋਂ ਵੀਰ ਕਰਾਰੇ। ਤੁਧਨੋਂ ਸ਼ਬਦ ਲੱਗਾ ਜਤੀ ਸਤੀ ਤੋਂ ਪਹਿਲਾਂ, ਗਾਵਨ ਪਹਿਲਾਂ ਤੋਂ ਹੀ ਲੱਗਾ ਹੋਇਆ ਜਪਜੀ ਸਾਹਿਬ ਵਿੱਚ, ਤੇ ਗਾਵੇਂ ਦੀ ਥਾਂ ਤੇ ਗਾਵਨ ਤੁਧਨੋਂ ਹੋ ਗਿਆ। ਇਸ ਤਰ੍ਹਾਂ ਇਹ 3 ਫਰਕ ਜਿਹੜੇ ਆ ਉਹ 9ਵੀਂ ਪੰਕਤੀ ਵਿੱਚ ਸਾਨੂੰ ਨਜ਼ਰ ਆਉਂਦੇ ਆ। ਉਸ ਤੋਂ ਬਾਅਦ 10ਵੀਂ ਪੰਕਤੀ ਸ਼ੁਰੂ ਹੁੰਦੀ ਹੈ, ਗਾਵਨ ਪੰਡਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਹੁਣ ਇਹ ਜਿਹੜੀ 10ਵੀਂ ਪੰਕਤੀ ਹੈ ਇਹਦੇ ਵਿੱਚ ਕਿਉਂਕਿ ਗਾਵਨ ਪੰਡਤ ਪੜਨ ਰਖੀਸਰ ਸ਼ੁਰੂ ਤਾਂ ਗਾਵਨ ਤੋਂ ਹੀ ਹੋ ਰਹੀ ਹੈ, ਪਰ ਜਪਜੀ ਸਾਹਿਬ ਵਿੱਚ ਜਿਹੜੀ ਪੰਕਤੀ ਗਾਵਨ ਤੋਂ ਸ਼ੁਰੂ ਹੋ ਰਹੀ ਹੈ, ਰਹਿਰਾਸ ਵਿੱਚ ਇੱਕ ਤੁਧਨੋਂ ਸ਼ਬਦ ਜਿਹੜਾ ਹੈ ਉਹ ਐਡ ਹੁੰਦਾ ਚਲਿਆ ਜਾਂਦਾ। ਗਾਵਨ ਤੁਧਨੋਂ ਪੰਡਤ ਪੜਨ ਰਖੀਸਰ, ਆ ਥੋੜਾ ਜਿਹਾ ਫਰਕ ਦੇਖਣ ਵਾਲਾ। ਰਖੀਸਰ ਦੇ ਨਾਲ ਕੋਈ ਔਂਕੜ ਨਹੀਂ ਲੱਗਾ ਹੋਇਆ, ਪਰ ਰਹਿਰਾਸ ਵਿੱਚ ਜਦੋਂ ਰਖੀਸਰ ਆ ਰਿਹਾ ਤਾਂ ਸੱਸੇ ਨੂੰ ਔਂਕੜ ਲੱਗਾ ਹੋਇਆ। ਗੁਰਬਾਣੀ ਦਾ ਇੱਕ ਨਿਯਮ ਹੈ, ਜੇ ਕਿਸੇ ਸ਼ਬਦ ਦੇ ਆਖਰੀ ਅੱਖਰ ਤੇ ਔਂਕੜ ਲੱਗਾ ਹੋਵੇ ਤਾਂ ਉਹ ਉਚਾਰਨ ਵਿੱਚ ਨਹੀਂ ਬੋਲਿਆ ਜਾਂਦਾ, ਕਿਉਂਕਿ ਉਹਦੇ ਆਪਣੇ ਇੱਕ ਵਿਆਕਰਣਕ ਮਾਇਨੇ ਹੁੰਦੇ ਆ। ਉਹ ਇੱਕ ਵਚਨ ਦੀ ਗੱਲ ਕਰ ਰਿਹਾ ਹੁੰਦਾ, ਪਰ ਜਦੋਂ ਔਂਕੜ ਆਖਰੀ ਅੱਖਰ ਤੋਂ ਪਹਿਲਾਂ ਕਿਸੇ ਅੱਖਰ ਤੇ ਆਏ ਤਾਂ ਉਹਦਾ ਉਚਾਰਨ ਕੀਤਾ ਜਾਣਾ ਬਣਦਾ। ਤੇ ਇੱਥੇ ਰਖੀਸਰ ਦੀ ਥਾਂ ਤੇ ਕਿਉਂਕਿ ਸੱਸੇ ਨੂੰ ਔਂਕੜ ਲੱਗਾ ਹੋਇਆ, ਉਚਾਰਨ ਹੋ ਜਾਏਗਾ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਤੇ ਇਸ ਤਰ੍ਹਾਂ ਇਸ 10ਵੀਂ ਪੰਕਤੀ ਵਿੱਚ 2 ਫਰਕ ਜਿਹੜੇ ਆ ਉਹ ਸਾਨੂੰ ਦਿਖਾਈ ਦਿੰਦੇ ਆ। ਗਾਵਨ ਪੰਡਤ ਪੜਨ ਰਖੀਸਰ, ਇੱਥੇ ਆ ਜਾਏਗਾ ਗਾਵਨ ਤੁਧਨੋਂ ਪੰਡਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਰਖੀਸਰ ਦਾ ਫਰਕ ਹੈ ਤੇ ਤੁਧਨੋਂ ਸ਼ਬਦ ਐਡ ਹੋ ਰਿਹਾ। ਇਹ 2 ਫਰਕ ਅਸੀਂ 10ਵੀਂ ਪੰਕਤੀ ਵਿੱਚ ਦੇਖ ਸਕਦੇ ਹਾਂ। 11ਵੀਂ ਪੰਕਤੀ, ਗਾਵੇਂ ਮੋਹਣੀਆਂ ਮਨ ਮੋਹਨ, ਸੁਰਗਾ ਮੱਚ ਪਿਆਲੇ। ਇਹੀ ਪੰਕਤੀ ਜਦੋਂ ਰਹਿਰਾਸ ਸਾਹਿਬ ਵਿੱਚ ਆਉਂਦੀ ਹੈ ਤਾਂ ਇੱਥੇ ਗਾਵੇਂ ਦੀ ਥਾਂ ਤੇ ਉਹੀ ਫਾਰਮੂਲਾ ਗਾਵਨ ਤੁਧਨੋਂ। ਗਾਵਨ ਤੁਧਨੋਂ ਮੋਹਣੀਆਂ ਮਨ ਮੋਹਨ, ਸੁਰਗਾ ਦੀ ਥਾਂ ਤੇ ਹੋ ਜਾਂਦਾ ਸੁਰਗ, ਗੱਗੇ ਨੂੰ ਲੱਗ ਜਾਂਦਾ ਔਂਕੜ। ਜਪਜੀ ਸਾਹਿਬ ਵਿੱਚ ਜਿਹੜਾ ਮੱਚ ਸ਼ਬਦ ਆ ਰਿਹਾ ਉੱਥੇ ਔਂਕੜ ਨਹੀਂ ਲੱਗਾ ਹੋਇਆ, ਪਰ ਰਹਿਰਾਸ ਸਾਹਿਬ ਵਿੱਚ ਜਦੋਂ ਮੱਚ ਸ਼ਬਦ ਆਉਂਦਾ ਤਾਂ ਔਂਕੜ ਲੱਗਾ ਹੋਇਆ।
ਹੁਣ ਇਹਨਾਂ ਦੇ ਮੱਛ ਤੇ ਮੱਛ ਦੇ ਉਚਾਰਨ ਵਿੱਚ ਤਾਂ ਕੋਈ ਫਰਕ ਨਹੀਂ ਆਏਗਾ, ਲੇਕਿਨ ਵਿਆਕਰਣਕ ਪੱਖੋਂ ਇਹਦੇ ਜੋ ਮਾਇਨੇ ਹੈ, ਇਹਨਾਂ ਵਿੱਚ ਜੋ ਫਰਕ ਹੈ, ਉਸ ਨੂੰ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਪਿਆਲੇ ਸ਼ਬਦ ਜਿਹੜਾ ਹੈ ਉਹ ਉਦਾਂ ਹੀ ਹੈ, ਉਹਦੇ ਵਿੱਚ ਕੋਈ ਫਰਕ ਨਹੀਂ ਹੈ। ਤੇ ਇਸ ਲਿਹਾਜ਼ ਨਾਲ ਦੇਖਿਆ ਜਾਏ ਤਾਂ ਇਹਦੇ ਵਿੱਚ 3+1 ਕੁੱਲ 4 ਅੰਤਰ ਨੇ। ਹੁਣ ਮੈਂ 3+1 ਕਿਉਂ ਕਿਹਾ? 3+1 ਇਸ ਕਰਕੇ ਕਿਹਾ ਕਿ ਇਹਦੇ ਵਿੱਚ ਜਿਹੜਾ ਗਾਵੇਂ ਦੀ ਥਾਂ ਤੇ ਗਾਵਨ ਤੁਧਨੋਂ ਆਇਆ, ਇਹ ਤਾਂ ਉਚਾਰਨ ਦੇ ਪੱਖੋਂ ਫਰਕ ਆ ਗਿਆ। ਸੁਰਗਾ ਦੀ ਥਾਂ ਤੇ ਸੁਰਗ ਆ ਗਿਆ, ਇਹ ਵੀ ਉਚਾਰਨ ਦੇ ਪੱਖੋਂ ਫਰਕ ਹੈ। ਉੱਥੇ ਸੁਰਗਾ ਬੋਲਣਾ ਤੇ ਇੱਥੇ ਸੁਰਗ ਬੋਲਣਾ, ਪਰ ਮੱਛ ਵਿੱਚ ਉਚਾਰਨ ਦੇ ਪੱਖੋਂ ਕੋਈ ਅੰਤਰ ਨਹੀਂ ਹੈ। ਸਿਰਫ ਜਪਜੀ ਸਾਹਿਬ ਵਿੱਚ ਔਂਕੜ ਨਹੀਂ ਲੱਗਾ ਹੋਇਆ ਤੇ ਰਹਿਰਾਸ ਸਾਹਿਬ ਵਿੱਚ ਲੱਗਾ ਹੋਇਆ। ਇਸ ਕਰਕੇ ਵਿਆਕਰਣਕ ਪੱਖੋਂ ਤਾਂ ਅੰਤਰ ਹੈ, ਲੇਕਿਨ ਉਚਾਰਨ ਦੇ ਪੱਖੋਂ ਅੰਤਰ ਨਹੀਂ ਹੈ। 3+1 ਮੈਂ ਇਸ ਕਰਕੇ ਕਿਹਾ, ਜੇ ਇਸ ਲਿਹਾਜ਼ ਨਾਲ ਦੇਖਿਆ ਜਾਏ ਤਾਂ ਕੁੱਲ ਫਰਕ 4 ਬਣ ਜਾਂਦੇ ਇਸ ਪੰਕਤੀ ਦੇ ਵਿੱਚ। 12ਵੀਂ ਪੰਕਤੀ, ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ। ਹੁਣ ਇੱਥੇ ਗਾਵਨ ਦੇ ਨਾਲ ਗਾਵਨ ਤੁਧਨੋਂ ਲੱਗ ਜਾਏਗਾ। ਗਾਵਨ ਤੁਧਨੋਂ ਰਤਨ ਉਪਾਏ ਤੇਰੇ 68 ਤੀਰਥ ਨਾਲੇ। ਇੱਕ ਫਰਕ ਜਿਹੜਾ ਹੈ ਉਹ ਇਹਦੇ ਵਿੱਚ ਸਾਨੂੰ ਨਜ਼ਰ ਆ ਰਿਹਾ ਹੈ। ਹੁਣ ਇੱਥੇ ਫਰਕ ਇੱਕ ਕਿਉਂ ਹੈ? ਕਿਉਂਕਿ ਇੱਥੇ ਤੇਰੇ ਸ਼ਬਦ ਜਪਜੀ ਸਾਹਿਬ ਵਿੱਚ ਪਹਿਲਾਂ ਤੋਂ ਹੀ ਆਇਆ ਹੋਇਆ। ਆਮ ਤੌਰ ਤੇ ਕੀ ਹੋ ਰਿਹਾ ਹੈ ਕਿ ਰਹਿਰਾਸ ਵਿੱਚ ਤੁਧਨੋਂ ਸ਼ਬਦ, ਤੇਰੇ ਸ਼ਬਦ, ਗਾਵੇਂ ਦੀ ਥਾਂ ਤੇ ਗਾਵਨ ਸ਼ਬਦ, ਇਹ ਜਿਹੜੇ ਆ ਉਹ ਬਾਰ-ਬਾਰ ਆ ਰਹੇ ਹੈ। ਪਰ ਇਹਦਾ ਇਹ ਮਤਲਬ ਹਰਗਿਜ਼ ਨਹੀਂ ਕਿ ਗਾਵਨ ਸ਼ਬਦ ਜਾਂ ਤੇਰੇ ਸ਼ਬਦ ਜਾਂ ਤੁਧਨੋਂ ਸ਼ਬਦ ਜਪਜੀ ਸਾਹਿਬ ਵਿੱਚ ਨਹੀਂ ਆਇਆ। ਜਪਜੀ ਸਾਹਿਬ ਦੇ ਵਿੱਚ ਜਿਹੜੀ ਸੋਦਰ ਦੀ ਬਾਣੀ ਉਹਦੇ ਵਿੱਚ ਨਹੀਂ ਆਇਆ ਹੈ, ਲੇਕਿਨ ਰਹਿਰਾਸ ਸਾਹਿਬ ਨਾਲੋਂ ਘੱਟ ਆਇਆ। ਰਹਿਰਾਸ ਸਾਹਿਬ ਦੀ ਨਿਸਬਤ ਇੱਥੇ ਤੁਧਨੋਂ, ਤੇਰੇ ਤੇ ਗਾਵਨ ਸ਼ਬਦ ਦੀ ਵਰਤੋਂ ਜਿਹੜੀ ਹੈ ਉਹ ਘੱਟ ਕੀਤੀ ਗਈ ਹੈ, ਜਦਕਿ ਰਹਿਰਾਸ ਸਾਹਿਬ ਵਿੱਚ ਗਾਵੇਂ ਦੀ ਥਾਂ ਤੇ ਗਾਵਨ ਤੁਧਨੋਂ ਤੇ ਕਿਤੇ ਕਿਤੇ ਤੇਰੇ ਸ਼ਬਦ ਜਿਹੜਾ ਹੈ ਉਹ ਬਾਰ-ਬਾਰ ਜਿਹੜਾ ਹੈ ਉਹ ਸ਼ਾਮਲ ਹੋ ਰਿਹਾ। ਪਰ ਜਿੱਥੇ ਤੁਧਨੋਂ ਸ਼ਬਦ ਜਾਂ ਤੇਰੇ ਸ਼ਬਦ ਪਹਿਲਾਂ ਤੋਂ ਹੀ ਦਰਜ ਹੈ ਜਾਂ ਗਾਵਨ ਸ਼ਬਦ ਪਹਿਲਾਂ ਤੋਂ ਹੀ ਜਪਜੀ ਸਾਹਿਬ ਵਿੱਚ ਹੈ, ਤਾਂ ਉੱਥੇ ਰਹਿਰਾਸ ਸਾਹਿਬ ਵਿੱਚ ਕੋਈ ਪਰਿਵਰਤਨ ਦੇਖਣ ਵਿੱਚ ਨਹੀਂ ਮਿਲਦਾ। ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ। 12ਵੀਂ ਪੰਕਤੀ ਦੇ ਅਸੀਂ ਵਿਚਾਰ ਕਰ ਰਹੇ ਸਾਂ, ਇਹਦੇ ਵਿੱਚ ਸਿਰਫ ਤੁਧਨੋਂ ਸ਼ਬਦ ਜੁੜ ਰਹੇ ਹੈ। ਗਾਵਨ ਤੁਧਨੋਂ ਰਤਨ ਉਪਾਏ ਤੇਰੇ 68 ਤੀਰਥ ਨਾਲੇ। ਇੱਕ ਫਰਕ ਸਾਨੂੰ 12ਵੀਂ ਪੰਕਤੀ ਵਿੱਚ ਨਜ਼ਰ ਆਉਂਦਾ ਹੈ। 13ਵੀਂ ਪੰਕਤੀ, ਗਾਵੇਂ ਜੋਧ ਮਹਾਬਲ ਸੂਰਾ, ਗਾਵੇਂ ਖਾਣੀ ਚਾਰੇ। ਗਾਵੇਂ ਦੀ ਥਾਂ ਤੇ ਹੋ ਗਿਆ ਜੀ ਗਾਵਨ ਤੁਧਨੋਂ ਜੋਧ ਮਹਾਬਲ ਸੂਰਾ, ਤੇ ਗਾਵੇਂ ਦੀ ਥਾਂ ਤੇ ਫਿਰ ਹੋ ਗਿਆ ਗਾਵਨ ਤੁਧਨੋਂ ਖਾਣੀ ਚਾਰੇ। ਇਸ ਤਰ੍ਹਾਂ ਇਸ 13ਵੀਂ ਪੰਕਤੀ ਵਿੱਚ 4 ਫਰਕ ਸਾਨੂੰ ਨਜ਼ਰ ਆਉਣਗੇ। 2 ਵਾਰੀ ਗਾਵੇਂ ਗਾਵੇਂ ਸ਼ਬਦ ਆਉਂਦਾ ਜਪਜੀ ਸਾਹਿਬ ਵਿੱਚ, ਤੇ ਉਹੀ ਸ਼ਬਦ ਗਾਵਨ ਤੁਧਨੋਂ ਵਿੱਚ ਤਬਦੀਲ ਹੁੰਦਾ, ਤੇ ਇਸ ਤਰ੍ਹਾਂ ਇਹ 4 ਫਰਕ ਸਾਨੂੰ 13ਵੀਂ ਪੰਕਤੀ ਵਿੱਚ ਸੋਦਰ ਦੀ ਬਾਣੀ ਵਿੱਚ ਨਜ਼ਰ ਆਉਂਦੇ ਹੈ ਫਰਕ ਦੇ ਤੌਰ ਤੇ। 14ਵੀਂ ਪੰਕਤੀ, ਗਾਵੇਂ ਖੰਡ ਮੰਡਲ ਵਰਭੰਡਾ, ਕਰ ਕਰ ਰੱਖੇ ਧਾਰੇ। ਹੁਣ ਇੱਥੇ ਵੀ 4 ਅੰਤਰ ਹੈ। ਗਾਵੇਂ ਦੀ ਥਾਂ ਤੇ ਗਾਵਨ ਤੁਧਨੋਂ, ਖੰਡ ਮੰਡਲ ਵਰਭੰਡਾ, ਖੰਡ ਮੰਡਲ ਬ੍ਰਹਮੰਡਾ। ਉੱਥੇ ਵਰਭੰਡਾ ਸ਼ਬਦ ਆ ਰਿਹਾ ਹੈ, ਇੱਥੇ ਬ੍ਰਹਮੰਡਾ ਸ਼ਬਦ ਆ ਰਿਹਾ ਹੈ। ਭਾਵੇਂ ਬ੍ਰਹਮੰਡ ਦੀ ਗੱਲ ਹੋ ਰਹੀ ਹੈ, ਪਰ ਅੱਖਰਾਂ ਦੀ ਬਣਤਰ ਕਰਕੇ ਉਚਾਰਨ ਵਿੱਚ ਫਰਕ ਆਉਣਾ ਸੁਭਾਵਕ ਹੈ। ਵਰਭੰਡਾ ਤੇ ਬ੍ਰਹਮੰਡਾ, ਇਹ ਫਰਕ ਅਸੀਂ ਧਿਆਨ ਚ ਰੱਖ ਕੇ ਚੱਲਣਾ ਹੈ। ਕਰ ਕਰ ਰੱਖੇ ਧਾਰੇ ਜਿੱਥੇ ਆ ਰਹੇ ਜਪਜੀ ਸਾਹਿਬ ਵਿੱਚ, ਰਹਿਰਾਸ ਸਾਹਿਬ ਵਿੱਚ ਆ ਰਹੇ ਕਰ ਕਰ ਰੱਖੇ ਤੇਰੇ ਧਾਰੇ। ਇਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਤੇਰੇ ਸ਼ਬਦ, ਤੁਧਨੋਂ ਸ਼ਬਦ, ਇਹ ਸ਼ਬਦ ਜਿਹੜੇ ਹੈ ਰਹਿਰਾਸ ਸਾਹਿਬ ਵਿੱਚ ਇਨਕਲੂਡ ਹੁੰਦੇ ਜਾਂਦੇ ਹੈ। ਗਾਵੇਂ ਦੀ ਥਾਂ ਤੇ ਗਾਵਨ ਤੁਧਨੋਂ ਆ ਗਿਆ, ਵਰਭੰਡਾ ਦੀ ਥਾਂ ਤੇ ਬ੍ਰਹਮੰਡਾ ਆ ਗਿਆ, ਤੇ ਕਰ ਕਰ ਰੱਖੇ ਧਾਰੇ ਦੀ ਥਾਂ ਤੇ ਕਰ ਕਰ ਰੱਖੇ ਤੇਰੇ ਧਾਰੇ ਆ ਗਿਆ। ਇਸ ਤਰ੍ਹਾਂ 14ਵੀਂ ਪੰਕਤੀ ਵਿੱਚ ਇਹ 4 ਫਰਕ, ਇਹ 4 ਅੰਤਰ ਸਾਨੂੰ ਨਜ਼ਰ ਆਉਂਦੇ ਹੈ। 15ਵੀਂ ਪੰਕਤੀ, ਸੇ ਤੁਧ ਨੂੰ ਗਾਵੇਂ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੁਣ ਇਹਦੇ ਵਿੱਚ
ਸੇ ਤੁਧ ਨੂੰ ਗਾਵਨ, ਇੱਕ ਬੜਾ ਸਲਾਈਟਲੀ ਜਿਹਾ ਅੰਤਰ ਹੈ। ਇਹ 15ਵੀਂ ਪੰਕਤੀ ਵਿੱਚ ਜਿਹੜਾ ਤੁਧ ਨੂੰ ਸ਼ਬਦ ਆਇਆ, ਧੱਦੇ ਨੂੰ ਔਂਕੜ ਲੱਗਾ ਹੋਇਆ, ਤੇ ਰਹਿਰਾਸ ਸਾਹਿਬ ਵਿੱਚ ਜਿਹੜਾ ਤੁਧ ਨੂੰ ਸ਼ਬਦ ਆ ਰਿਹਾ ਉਹ ਔਂਕੜ ਨਹੀਂ ਲੱਗਾ ਹੋਇਆ। ਗਾਵੇਂ ਦੀ ਥਾਂ ਤੇ ਗਾਵਨ ਆ ਜਾਂਦਾ। ਸੇ ਤੁਧ ਨੂੰ ਗਾਵੇਂ, ਰਹਿਰਾਸ ਸਾਹਿਬ ਵਿੱਚ ਹੋ ਜਾਏਗਾ ਸੇ ਤੁਧ ਨੂੰ ਗਾਵਨ। ਅੱਗੇ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ, ਰਹਿਰਾਸ ਸਾਹਿਬ ਵਿੱਚ ਵੀ ਬਿਲਕੁਲ ਉਦਾਂ ਹੀ ਆ ਰਿਹਾ, ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ। ਦੋ ਅੰਤਰ ਹੋਣਗੇ, 1:1। ਹੁਣ ਇੱਥੇ ਵੀ ਮੈਂ 1:1 ਕਹਿ ਰਿਹਾ ਕਿਉਂਕਿ ਉਚਾਰਨ ਦੇ ਪੱਖੋਂ ਦੋਹਾਂ ਥਾਵਾਂ ਤੇ ਜਪਜੀ ਸਾਹਿਬ ਵਿੱਚ ਵੀ ਤੁਧ ਨੂੰ ਆ ਰਿਹਾ, ਰਹਿਰਾਸ ਵਿੱਚ ਵੀ ਤੁਧ ਨੂੰ ਆ ਰਿਹਾ, ਪਰ ਜਪਜੀ ਸਾਹਿਬ ਦੇ ਤੁਧ ਨੂੰ ਦੇ ਧੱਦੇ ਨੂੰ ਔਂਕੜ ਲੱਗਾ ਹੋਇਆ, ਰਹਿਰਾਸ ਸਾਹਿਬ ਦੇ ਤੁਧ ਨੂੰ ਦੇ ਧੱਦੇ ਨੂੰ ਔਂਕੜ ਨਹੀਂ ਲੱਗਾ ਹੋਇਆ। ਉਚਾਰਨ ਦੇ ਪੱਖੋਂ ਕੋਈ ਫਰਕ ਨਹੀਂ ਹੋਏਗਾ, ਤੁਧ ਨੂੰ ਕਰਕੇ ਹੀ ਉਚਾਰਨ ਆਏਗਾ। ਪਰ ਜਿਹੜਾ ਵਿਆਕਰਣਕ ਪੱਖੋਂ ਅੰਤਰ ਹੈ ਉਹ ਵੀ ਸਾਨੂੰ ਜ਼ਿਹਨ ਵਿੱਚ ਰੱਖ ਲੈਣਾ ਚਾਹੀਦਾ ਹੈ। ਤੇ ਗਾਵੇਂ ਦੀ ਥਾਂ ਤੇ ਗਾਵਨ ਸ਼ਬਦ ਜਿਹੜਾ ਹੈ ਉਹ ਆ ਰਿਹਾ, ਉਚਾਰਨ ਦੇ ਪੱਖੋਂ ਇੱਕ ਅੰਤਰ ਹੈ, ਤੇ ਵਿਆਕਰਣਕ ਪੱਖੋਂ ਜੇ ਦੇਖਿਆ ਜਾਏ ਤਾਂ ਦੋ ਅੰਤਰ ਹੋ ਜਾਂਦੇ ਮਿਲਾ ਕੇ। ਸੋ ਇਸ ਤਰ੍ਹਾਂ ਇਸ ਪੰਕਤੀ ਦੀ ਅਸੀਂ ਜੇ ਫਰਕਾਂ ਦੀ ਗਿਣਤੀ ਕਰੀਏ ਤਾਂ ਅਸੀਂ 2 ਮੰਨ ਕੇ ਤੁਰਾਂਗੇ। 16ਵੀਂ ਪੰਕਤੀ, ਹੋਰ ਕੇਤੇ ਗਾਵਨ ਸੀਮੈ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਹੋਰ ਕੇਤੇ ਤੁਧ ਨੂੰ ਗਾਵਨ, ਗਾਵਨ ਦੇ ਨਾਲ ਤੁਧ ਨੂੰ ਸ਼ਬਦ, ਇਹ ਰਹਿਰਾਸ ਸਾਹਿਬ ਦੀ ਵਿਆਕਰਣ ਦੇ ਪੱਖੋਂ ਅਸੀਂ ਕਹਿ ਲਈਏ, ਵਿਆਕਰਣ ਤਾਂ ਨਹੀਂ, ਰੂਪਕ ਪੱਖੋਂ ਮੈਂ ਕਹਿ ਸਕਦਾ ਕਿ ਇਹ ਖੂਬਸੂਰਤੀ ਹੈ ਕਿ ਜਿੱਥੇ ਜਿੱਥੇ ਗਾਵਨ ਆ ਰਿਹਾ ਰਹਿਰਾਸ ਸਾਹਿਬ ਵਿੱਚ ਉੱਥੇ ਉੱਥੇ ਤੁਧ ਨੂੰ ਜਿਹੜਾ ਹੈ ਉਹ ਲੱਗ ਰਿਹਾ ਹੈ। ਕੁਝ ਨੁਕਤਿਆਂ ਨੂੰ ਅਸੀਂ ਧਿਆਨ 'ਚ ਰੱਖੀਏ ਤਾਂ ਸਾਡੀਆਂ ਜਿਹੜੀਆਂ ਗਲਤੀਆਂ ਸੁਤੇ ਸਿੱਧ ਦਰੁਸਤ ਹੋ ਜਾਂਦੀਆਂ। ਹੋਰ ਕੇਤੇ ਗਾਵਨ ਸੀਮੈ ਚਿਤ ਨਾ ਆਵਨ, ਹੁਣ ਰਹਿਰਾਸ ਸਾਹਿਬ ਵਿੱਚ ਆ ਰਿਹਾ ਹੋਰ ਕੇਤੇ ਤੁਧ ਨੂੰ ਗਾਵਨ ਸੀਮੈ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਤੇ ਇੱਥੇ ਕੀ ਹੋ ਜਾਏਗਾ, ਨਾਨਕ ਕਿਆ ਵਿਚਾਰੇ। ਵਿਚਾਰੇ ਦੀ ਥਾਂ ਤੇ ਵਿਚਾਰੇ ਹੋ ਜਾਏਗਾ। ਮਾਤਰਾ ਦਾ ਫਰਕ ਨਹੀਂ ਹੈ ਇਸ ਪੰਕਤੀ ਵਿੱਚ, ਲੇਕਿਨ ਵੱਵੇ ਤੇ ਬੱਬੇ ਦਾ ਜਿਹੜਾ ਫਰਕ ਹੈ ਉਹ ਫਰਕ ਅਸੀਂ ਧਿਆਨ ਵਿੱਚ ਰੱਖ ਕੇ ਤੁਰਨਾ ਹੈ। ਇਸ ਲਿਹਾਜ਼ ਨਾਲ ਸਾਨੂੰ 2 ਫਰਕ ਨਜ਼ਰ ਆਉਂਦੇ ਹੈ, ਹੋਰ ਕੇਤੇ ਤੁਧ ਨੂੰ ਗਾਵਨ ਤੇ ਨਾਨਕ ਕਿਆ ਵਿਚਾਰੇ। ਤੁਧ ਨੂੰ ਸ਼ਬਦ ਐਡ ਹੋ ਰਿਹਾ ਤੇ ਵਿਚਾਰੇ ਦੀ ਥਾਂ ਤੇ ਵਿਚਾਰੇ ਹੋ ਰਿਹਾ। ਇਸ 16ਵੀਂ ਪੰਕਤੀ ਵਿੱਚ 2 ਅੰਤਰ ਅਸੀਂ ਮੰਨ ਕੇ ਤੁਰਦੇ ਹਾਂ। 17ਵੀਂ 18ਵੀਂ ਤੇ 19ਵੀਂ, ਇਹ 3 ਪੰਕਤੀਆਂ ਇਹੋ ਜਿਹੀਆਂ ਜਿਹਦੇ ਵਿੱਚ ਕੋਈ ਫਰਕ ਨਹੀਂ ਹੈ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਹੀਂ, ਇਹ ਪੰਕਤੀ ਜਪਜੀ ਸਾਹਿਬ ਦੀ ਹੈ। ਪਰ ਜਦੋਂ ਰਹਿਰਾਸ ਸਾਹਿਬ ਵਿੱਚ ਪੰਕਤੀ ਆਉਂਦੀ ਹੈ ਤਾਂ ਕੋਈ ਫਰਕ ਨਹੀਂ ਹੈ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਹੀਂ। ਇਸੇ ਤਰ੍ਹਾਂ 18ਵੀਂ ਪੰਕਤੀ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਇਹੀ ਪੰਕਤੀ 18ਵੀਂ ਰਹਿਰਾਸ ਸਾਹਿਬ ਵਿੱਚ ਬਿਲਕੁਲ ਉਦਾਂ ਹੀ ਆ ਰਹੀ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। 19ਵੀਂ ਪੰਕਤੀ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਰਹਿਰਾਸ ਸਾਹਿਬ ਵਿੱਚ ਵੀ ਬਿਲਕੁਲ ਸੇਮ ਹੈ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। 20ਵੀਂ ਪੰਕਤੀ ਦੇ ਵਿੱਚ ਸਾਨੂੰ 2 ਫਰਕ ਫੇਰ ਨਜ਼ਰ ਆਉਂਦੇ ਹਨ। ਕਰ ਕਰ ਵੇਖੈ ਕੀਤਾ ਆਪਣਾ, ਪਰ ਜਦੋਂ ਇਹ ਪੰਕਤੀ ਰਹਿਰਾਸ ਸਾਹਿਬ ਵਿੱਚ ਆਉਂਦੀ ਹੈ, ਮੈਂ ਪੰਕਤੀ ਦਾ ਅੱਧਾ ਹਿੱਸਾ ਅਜੇ ਉਚਾਰਨ ਕੀਤਾ ਹੈ ਤਾਂ ਜੋ ਅਸੀਂ ਅਰਥਾਂ ਨੂੰ ਚੰਗੀ ਤਰ੍ਹਾਂ ਸਮਝ ਪਾਈਏ। ਕਰ ਕਰ ਦੇਖੈ ਕੀਤਾ ਆਪਣਾ, ਵੇਖੈ ਤੇ ਦੇਖੈ, ਵੱਵੇ ਤੇ ਦੱਦੇ ਦਾ ਫਰਕ ਹੈ। ਭਾਵੇਂ ਮਤਲਬ ਨਜ਼ਰ ਤੋਂ ਹੀ ਹੈ, ਲੇਕਿਨ ਜਿਹੜਾ ਅੱਖਰ ਦੇ ਪੱਖੋਂ ਅੰਤਰ ਹੈ ਅਸੀਂ ਉਹ ਨਾਲ ਲੈ ਕੇ ਤੁਰਨਾ। ਜਦੋਂ ਜਪਜੀ ਸਾਹਿਬ ਵਿੱਚ ਇਹਦਾ ਪਾਠ ਕਰਨਾ ਹੈ ਤਾਂ ਕਰਨਾ ਹੈ ਕਰ ਕਰ ਵੇਖੈ ਕੀਤਾ ਆਪਣਾ, ਪਰ ਜਦੋਂ ਰਹਿਰਾਸ ਸਾਹਿਬ ਵਿੱਚ ਕਰਨਾ ਤਾਂ ਕਰਨਾ ਹੈ ਕਰ ਕਰ ਦੇਖੈ ਕੀਤਾ ਆਪਣਾ। ਅੱਗੇ ਆ ਰਹੇ ਜਿਵ ਤਿਸ ਦੀ ਵਡਿਆਈ, ਤੇ ਉੱਥੇ ਹੋ ਜਾਏਗਾ ਜਿਉਂ ਤਿਸ ਦੀ ਵਡਿਆਈ। ਇਹ ਜਿਵ ਤੇ ਜਿਉਂ ਦਾ ਜਿਹੜਾ ਫਰਕ ਹੈ ਇਹ ਵੀ ਸਾਨੂੰ ਧਿਆਨ 'ਚ ਰੱਖਣਾ ਪਏਗਾ। ਇਹ 2 ਫਰਕ 20ਵੀਂ ਪੰਕਤੀ ਵਿੱਚ ਨਜ਼ਰ ਆ ਰਹੇ ਹਨ। ਕਰ ਕਰ ਵੇਖੈ ਕੀਤਾ ਆਪਣਾ ਦੀ ਥਾਂ ਤੇ ਹੋ ਜਾਏਗਾ ਕਰ ਕਰ ਦੇਖੈ ਕੀਤਾ ਆਪਣਾ, ਤੇ ਜਿਵ ਤਿਸ ਦੀ ਵਡਿਆਈ ਦੀ ਥਾਂ ਤੇ ਹੋ ਜਾਏਗਾ ਜਿਉਂ ਤਿਸ ਦੀ ਵਡਿਆਈ। 21ਵੀਂ ਪੰਕਤੀ,
जो तिस भावै सोई करसी हुक्म न करना जाई। एक बड़ा वड्डा अंतर है रहरास साहब विच, ਉਹਦੇ ਚ एक शब्द इनकलूड हो रहा है, जो तिस भावै सोई करसी फिर हुक्म ना करना जाई। ਇਹ ਫਿਰ ਸ਼ਬਦ ਜਿਹੜਾ ਹੈ ਇਹਦੇ ਵਿੱਚ ਇਨਸਰਟ ਹੋ ਰਿਹਾ, ਇਹਦੇ ਵਿੱਚ ਦਰਜ ਹੋ ਰਿਹਾ, ਸ਼ਾਮਲ ਹੋ ਰਿਹਾ। ਇਹ ਅਸੀਂ ਧਿਆਨ 'ਚ ਫਰਕ ਰੱਖ ਕੇ ਟੁਰਨਾ। ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਇਹ ਜਪਜੀ ਸਾਹਿਬ ਦੀ ਪੰਕਤੀ ਹੈ। ਪਰ ਜਦੋਂ ਇਹੀ ਪੰਕਤੀ ਰਹਿਰਾਸ ਵਿੱਚ ਆਏਗੀ ਤਾਂ ਹੋ ਜਾਏਗਾ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ। ਇਸ ਤਰ੍ਹਾਂ ਇਹ ਇੱਕ ਅੰਤਰ, ਜਿਹੜਾ ਇੱਕ ਵੱਡਾ ਅੰਤਰ ਹੈ, ਹੁਕਮ ਨਾ ਕਰਨਾ ਜਾਈ ਤੇ ਫਿਰ ਹੁਕਮ ਨਾ ਕਰਨਾ ਜਾਈ, ਇਸ ਨੂੰ ਵੀ ਅਸੀਂ ਧਿਆਨ 'ਚ ਰੱਖ ਕੇ ਹੀ ਅੱਗੇ ਵਧਾਂਗੇ। 22ਵੀਂ ਤੇ ਆਖਰੀ ਪੰਕਤੀ ਹੈ ਜਪਜੀ ਸਾਹਿਬ ਵਿੱਚ। ਜਦੋਂ ਪੰਕਤੀ ਆਉਂਦੀ ਹੈ ਤਾਂ ਆਉਂਦਾ ਹੈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ। ਪਰ ਜਦੋਂ ਇਹੀ ਪੰਕਤੀ ਰਹਿਰਾਸ ਵਿੱਚ ਆਉਂਦੀ ਹੈ ਤਾਂ ਹੋ ਜਾਂਦਾ ਹੈ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ। ਪਾਤ ਸਾਹਿਬ ਤੇ ਪਤ ਸਾਹਿਬ, ਇਹ ਇੱਕ ਵੱਡਾ ਫਰਕ ਹੈ। ਆਖਰੀ ਪੰਕਤੀ ਹੈ ਜਪਜੀ ਸਾਹਿਬ ਵਿੱਚ ਆ ਰਿਹਾ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ, ਤੇ ਰਹਿਰਾਸ ਵਿੱਚ ਇਸੇ ਪੰਕਤੀ ਵਿੱਚ ਫਰਕ ਆ ਰਿਹਾ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ। ਇਸ ਦ੍ਰਿਸ਼ਟੀਕੋਣ ਤੋਂ ਜੇ ਅਸੀਂ ਦੇਖੀਏ, ਸੋਦਰ ਦੀ ਬਾਣੀ ਜਪਜੀ ਸਾਹਿਬ ਤੇ ਰਹਿਰਾਸ ਸਾਹਿਬ ਦੋਹਾਂ ਵਿੱਚ ਦਰਜ ਹੈ। ਪਰ ਜੇ ਪੰਕਤੀ ਦਰ ਪੰਕਤੀ ਅਸੀਂ ਫਰਕ ਜੋੜਦੇ ਚਲੇ ਜਾਈਏ ਤਾਂ ਕੁੱਲ 51 ਫਰਕ ਜਿਹੜੇ ਆ ਉਹ ਸਾਨੂੰ ਇਹਨਾਂ ਦੋਹਾਂ ਬਾਣੀਆਂ ਦੇ ਵਿੱਚ ਉਚਾਰਨ ਦੇ ਪੱਖੋਂ, ਵਿਆਕਰਣ ਦੇ ਪੱਖੋਂ ਜਿਹੜੇ ਆ ਉਹ ਨਜ਼ਰ ਆਉਂਦੇ ਆ। ਪਰ ਇਹ ਦਾਅਵਾ ਹਰਗਿਜ਼ ਨਹੀਂ ਕੀਤਾ ਜਾ ਸਕਦਾ ਕਿ ਇਹ ਸਿਰਫ 51 ਜਾਂ 51 ਫਰਕ ਹੀ ਇਹਨਾਂ ਦੋਹਾਂ ਬਾਣੀਆਂ ਦੇ ਵਿੱਚ ਹਨ। ਬਾਣੀ ਅਗਾਧ ਬੋਧ ਹੈ, ਸਾਡੀ ਸੂਝ ਬਹੁਤ ਸੀਮਿਤ ਹੈ। ਉਸ ਪਰਮਾਤਮਾ ਦੀ ਬਖਸ਼ੀ ਹੋਈ ਸੂਝ ਹੈ, ਉਹਦੇ ਵਿੱਚ ਹਜ਼ਾਰਾਂ ਤਰ੍ਹਾਂ ਦੀਆਂ ਸਾਡੇ ਕੋਲ ਊਣਤਾਈਆਂ ਹੋ ਸਕਦੀਆਂ। ਬਾਣੀ ਦੇ ਅਦਬ ਤੇ ਸਤਿਕਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਜੇ ਅਸੀਂ ਇਹਨਾਂ ਫਰਕਾਂ ਨੂੰ ਧਿਆਨ ਵਿੱਚ ਰੱਖ ਕੇ ਬਾਣੀ ਦਾ ਪਾਠ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਗੁਰੂ ਸਾਹਿਬ ਦੀ ਖੁਸ਼ੀ ਹਾਸਲ ਹੋਵੇਗੀ। ਕਿਉਂਕਿ ਇਹ ਜਿਹੜੀ ਬਾਣੀ ਹੈ, ਇਹਨੂੰ ਅਰਥਾਂ ਦੇ ਪੱਖੋਂ ਸਮਝਣਾ ਤੇ ਫਿਰ ਅਮਲੀ ਜੀਵਨ ਵਿੱਚ ਉਤਾਰਨਾ। ਬਾਣੀ ਨੂੰ ਗੁਰੂ ਕਿਹਾ ਗਿਆ ਤੇ ਗੁਰੂ ਦਾ ਸਤਿਕਾਰ, ਅਦਬ ਤਾਂ ਹੀ ਸੰਭਵ ਹੈ ਜੇ ਅਸੀਂ ਆਪਣੇ ਵੱਲੋਂ ਥੋੜ੍ਹਾ ਜਿਹਾ ਯਤਨ ਕਰੀਏ ਕਿ ਅਸੀਂ ਬਾਣੀ ਨੂੰ ਉਹਦੇ ਸ਼ੁੱਧ ਸਵਰੂਪ ਵਿੱਚ ਨਾ ਸਿਰਫ ਪੜ੍ਹ ਸਕੀਏ, ਸਗੋਂ ਸਮਝ ਸਕੀਏ ਤੇ ਅਮਲੀ ਜੀਵਨ ਵਿੱਚ ਢਾਲ ਸਕੀਏ। ਇਹ ਫਰਕ ਰੱਖਦੇ ਹਾਂ। 10 ਪਾਸੋਂ ਬਹੁਤ ਸਾਰੀਆਂ ਕਮੀਆਂ ਰਹਿ ਗਈਆਂ ਹੋਣਗੀਆਂ। ਉਹ ਕਮੀਆਂ ਦਾਸ ਦੀਆਂ ਆਪਣੀਆਂ ਜਾਣ ਕੇ ਤੁਸੀਂ ਸੰਗਤੀ ਰੂਪ ਵਿੱਚ ਉਸ ਨੂੰ ਨਜ਼ਰ ਅੰਦਾਜ਼ ਕਰ ਦੇਣਾ, ਤੇ ਜਿਸ ਪੋਸਟ ਤੋਂ ਕਿਸੇ ਨੂੰ ਕੋਈ ਫਾਇਦਾ ਹੋ ਸਕੇ ਤਾਂ ਇਸ ਨੂੰ ਮੈਂ ਗੁਰੂ ਸਾਹਿਬ ਦੀ ਬਖਸ਼ਿਸ਼ ਤੇ ਆਪਣੀ ਖੁਸ਼ਕਿਸਮਤੀ ਸਮਝਾਂਗਾ। ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਆਪਣੀ ਗੱਲ ਨੂੰ ਇੱਥੇ ਹੀ ਸਮੇਟਣਾ ਚਾਹਾਂਗਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਤੇ ਰਹਿਰਾਸ ਸਾਹਿਬ ਸਾਡੇ ਨਿਤਨੇਮ ਦੀਆਂ ਪ੍ਰਮੁੱਖ ਬਾਣੀਆਂ ਨੇ। ਜਪਜੀ ਸਾਹਿਬ ਦਾ ਪਾਠ ਜਿੱਥੇ ਅੰਮ੍ਰਿਤ ਵੇਲੇ ਕੀਤਾ ਜਾਂਦਾ ਹੈ, ਉੱਥੇ ਰਹਿਰਾਸ ਸਾਹਿਬ ਦੇ ਪਾਠ ਨੂੰ ਸੰਧਿਆ ਵੇਲੇ ਕਰਨ ਦੀ ਹਿਦਾਇਤ ਹੈ। ਇਹਨਾਂ ਦੋਹਾਂ ਬਾਣੀਆਂ ਵਿੱਚ ਇੱਕ ਬਾਣੀ ਸੋਦਰ ਦੀ ਸਾਂਝੀ ਹੈ। ਜਪਜੀ ਸਾਹਿਬ ਵਿੱਚ ਇਹ ਬਾਣੀ 27ਵੀਂ ਪੌੜੀ ਤੇ ਸੁਭਾਈਮਾਨ ਹੈ। ਜੇ ਵਿਸ਼ਰਾਮ ਦੀ ਨਜ਼ਰ ਨਾਲ ਦੇਖਿਆ ਜਾਏ ਤਾਂ ਇਸ ਬਾਣੀ ਦੀਆਂ ਕੁੱਲ 22 ਪੰਕਤੀਆਂ ਬਣਦੀਆਂ ਨੇ।
ਪਰ ਜਦੋਂ ਇਹੀ ਬਾਣੀ ਰਹਿਰਾਸ ਸਾਹਿਬ ਵਿੱਚ ਆਉਂਦੀ ਹੈ ਤਾਂ ਅਸੀਂ ਦੇਖਦੇ ਹਾਂ ਕਿ ਜਪਜੀ ਸਾਹਿਬ ਤੇ ਰਹਿਰਾਸ ਵਿੱਚ